ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਜਪਜੀ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਆਖਿਆ ਅਤੇ ਵਿਚਾਰ ਦੀ ਇਸ ਸੀਰੀਜ਼ ਦੀ ਅਗਲੀ ਵੀਡੀਓ ਦੇ ਵਿੱਚ ਸਵਾਗਤ ਹੈ। ਆਓ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੀ ਅਗਲੀ ਪੌੜੀ, ਉਸ ਦਾ ਮੂਲ ਪਾਠ ਸਾਂਝਾ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਅਸੰਖ ਜਪ ਅਸੰਖ ਭਾਵ, असंख पूजा असंख तप ताव, असंख ग्रंथ मुख वेद पाठ, असंख जोग मन रहें उदास, असंख भगत गुण ज्ञान विचार, असंख सती असंख दातार, असंख सूर मोह पख सार, असंख मोन लिव लाए तार, कुदरत कवन कहाँ विचार, वारिया न जावा एक बार, जो तुद भावै साई भली कार, तू सदा सलामत निरंकार। ਵਾਹਿਗੁਰੂ ਜੀ। ਅੱਜ ਦੀ ਇਸ ਪਾਵਨ 17ਵੀਂ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਸਮਾਜ ਦੇ ਵਿੱਚ ਅਲੱਗ-ਅਲੱਗ ਵਸ ਰਹੇ ਜੀਵਾਂ ਦੇ ਬਾਰੇ ਜਾਣਕਾਰੀ ਦੇ ਰਹੇ ਨੇ। ਦੱਸ ਰਹੇ ਨੇ ਕਿ ਇਸ ਸੰਸਾਰ ਦੇ ਵਿੱਚ ਬੇਅੰਤ ਜੀਵ ਨੇ, ਇਤਨੇ ਜੀਵ ਨੇ ਕਿ ਉਹਨਾਂ ਦੇ ਨਾਮ ਦੇ ਲਈ ਅਸੰਖ ਲਫ਼ਜ਼ ਜਿਹੜਾ ਉਹ ਵਰਤਿਆ। ਅਲੱਗ-ਅਲੱਗ ਕੈਟਾਗਰੀ, ਅਲੱਗ-ਅਲੱਗ ਗੁਣਾਂ ਵਾਲੇ ਬੇਅੰਤ ਲੋਕ ਨੇ, ਇਸ ਲਈ ਉਹਨਾਂ ਦੇ ਲਈ ਅਸੰਖ ਲਫ਼ਜ਼ ਜਿਹੜਾ ਉਹ ਇਸ ਪੌੜੀ ਦੇ ਵਿੱਚ ਵਰਤਿਆ ਗਿਆ। ਸਭ ਤੋਂ ਪਹਿਲੀ ਲਾਈਨ ਦੇ ਵਿੱਚ ਗੁਰੂ ਸਾਹਿਬ ਜੀ ਕਹਿ ਰਹੇ ਨੇ ਅਸੰਖ ਜਪ ਅਸੰਖ ਭਾਵ, ਕਿ ਅਸੰਖ ਭਾਵ ਅਨੇਕਾਂ ਬੇਅੰਤ ਲੋਕ ਇਸ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਦੇ ਵਿੱਚ ਪਰਮਾਤਮਾ ਦਾ ਨਾਮ ਜਪ ਰਹੇ ਨੇ, ਉਸ ਨੂੰ ਯਾਦ ਕਰ ਰਹੇ ਨੇ। ਅਸੰਖ ਜਪ ਤੇ ਅੱਗੇ ਅਸੰਖ ਭਾਵ, ਭਾਵ ਦਾ ਮਤਲਬ ਹੈ ਪ੍ਰੇਮ, ਕਿ ਅਸੰਖ ਬੇਅੰਤ ਲੋਕ ਜਿਹੜੇ ਨੇ ਉਹ ਪਰਮਾਤਮਾ ਦੇ ਪ੍ਰੇਮ ਦੇ ਵਿੱਚ, ਪਿਆਰ ਦੇ ਵਿੱਚ ਰੁੱਝੇ ਹੋਏ ਨੇ। ਉਹ ਪਰਮਾਤਮਾ ਦੇ ਨਾਲ ਪਿਆਰ ਦੇ ਵਿੱਚ ਆਪਣੇ ਜੀਵਨ ਨੂੰ ਜੋੜ ਕੇ ਬੈਠੇ ਹੋਏ ਨੇ। ਗੁਰੂ ਸਾਹਿਬ ਜੀ ਅੱਗੇ ਕਹਿ ਰਹੇ ਨੇ ਅਸੰਖ ਪੂਜਾ ਅਸੰਖ ਤਪ ਤਾਓ, ਕਿ ਅਸੰਖ ਭਾਵ ਬੇਅੰਤ ਜੀਵ ਜਿਹੜੇ ਨੇ, ਅਨੇਕਾਂ ਜੀਵ ਉਹ ਪਰਮਾਤਮਾ ਦੇ ਨਾਮ ਦੀ ਪੂਜਾ ਕਰ ਰਹੇ ਨੇ। ਅਲੱਗ-ਅਲੱਗ ਤਰੀਕੇ ਦੇ ਨਾਲ, ਵਿਧੀਆਂ ਦੇ ਨਾਲ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ, ਅਤੇ ਪੂਜਾ ਕਰਨਾ ਵੀ ਇੱਕ ਵਿਧੀ ਹੈ ਪਰਮਾਤਮਾ ਨੂੰ ਯਾਦ ਕਰਨ ਦੀ। ਅਤੇ ਪਰਮਾਤਮਾ ਨੂੰ ਯਾਦ ਕਰਨ ਲਈ ਅਨੇਕਾਂ ਜੀਵ ਜਿਹੜੇ ਨੇ ਉਹ ਲੱਗੇ ਹੋਏ ਨੇ। ਅਤੇ ਨਾਲ ਹੀ ਕਹਿੰਦੇ ਨੇ ਅਨੇਕਾਂ ਜੀਵ ਜਿਹੜੇ ਨੇ ਉਹ ਅਲੱਗ-ਅਲੱਗ ਕਠਿਨ ਤਰੀਕਿਆਂ ਦੇ ਨਾਲ ਤਪ ਕਰ ਰਹੇ ਨੇ। ਤਪ ਆਮ ਤੌਰ ਦੇ ਉੱਤੇ ਜਦੋਂ ਅਸੀਂ ਗੱਲ ਸੁਣਦੇ ਹਾਂ ਜਾਂ ਸਮਝਦੇ ਹਾਂ ਜਾਂ ਦੇਖਦੇ ਹਾਂ ਤਾਂ ਇਹੀ ਸਮਝਿਆ ਜਾਂਦਾ ਕਿ ਅੱਗ ਵਗੈਰਾ ਬਾਲ ਕੇ ਉਹਦੇ ਵਿੱਚ ਉਹਦੇ ਨੇੜੇ ਤੇੜੇ ਕਿਤੇ ਬੈਠਣਾ, ਕਿ ਸਰੀਰ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਅਸੀਂ ਦੁੱਖ ਤਕਲੀਫਾਂ ਦੇਣੀਆਂ ਅਤੇ ਉਸ ਦੁੱਖ ਤਕਲੀਫਾਂ ਦੇ ਵਿੱਚ ਰਹਿੰਦਿਆਂ ਪਰਮਾਤਮਾ ਨੂੰ ਯਾਦ ਕਰਨਾ। ਅਤੇ ਗੁਰੂ ਸਾਹਿਬ ਜੀ ਕਹਿ ਰਹੇ ਨੇ ਕਿ ਅਨੇਕਾਂ ਜੀਵ ਜਿਹੜੇ ਨੇ ਪਰਮਾਤਮਾ ਦਾ ਤਪ ਕਰ ਰਹੇ ਨੇ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਤੇ ਹੋਰ ਅਨੇਕਾਂ ਜੀਵ ਜਿਹੜੇ ਨੇ, ਬੇਅੰਤ ਜੀਵ ਜਿਹੜੇ ਨੇ, ਉਹ ਰੱਬੀ ਗਿਆਨ ਦੇ ਜਿਹੜੇ ਗ੍ਰੰਥ ਲਿਖੇ ਹੋਏ ਨੇ ਉਹਨਾਂ ਨੂੰ ਆਪਣੇ ਮੁਖ ਦੇ ਨਾਲ, ਆਪਣੇ ਮੂੰਹ ਦੇ ਨਾਲ ਪੜ੍ਹ ਕੇ ਉਹਨਾਂ ਦਾ ਪਾਠ ਕਰ ਰਹੇ ਨੇ। ਅਸੰਖ ਗ੍ਰੰਥ ਮੁਖ ਵੇਦ ਪਾਠ, ਵੇਦਾਂ ਦਾ, ਗ੍ਰੰਥਾਂ ਦਾ ਪਾਠ ਕਰ ਰਹੇ ਨੇ। ਅਸੰਖ ਜੋਗ ਮਨ ਰਹਿ ਉਦਾਸ, ਅਨੇਕਾਂ ਜੀਵ ਜੋਗੀ ਬਣੇ ਹੋਏ ਨੇ, ਅਤੇ ਜੋਗੀ ਬਣ ਕੇ ਉਹਨਾਂ ਨੇ ਕੀ ਕੀਤਾ ਕਿ ਆਪਣੇ ਮਨ ਦੇ ਉੱਤੇ ਭਾਵਨਾਵਾਂ ਦਾ ਕੰਟਰੋਲ ਕੀਤਾ, ਆਪਣੇ ਮਨ ਦੇ ਉੱਤੇ ਵਾਸ਼ਨਾਵਾਂ ਨੂੰ ਰੋਕ ਕੇ ਰੱਖਿਆ ਕਿ ਕੋਈ ਅਸਰ ਨਾ ਹੋਵੇ, ਅਤੇ ਉਸ ਪੱਖੋਂ ਉਹਨਾਂ ਨੇ ਮਨ ਨੂੰ ਉਦਾਸ ਕਰ ਲਿਆ। ਉਦਾਸ ਭਾਵ ਬੇਮੁਖ ਕਰ ਲਿਆ। ਗੁਰੂ ਨਾਨਕ ਸਾਹਿਬ ਜੀ ਜਦੋਂ ਇਸ ਸੰਸਾਰ ਦੇ ਵਿੱਚ ਅਲੱਗ-ਅਲੱਗ ਯਾਤਰਾਵਾਂ 'ਤੇ ਨਿਕਲੇ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਗੁਰੂ ਸਾਹਿਬ ਉਦਾਸੀਆਂ 'ਤੇ ਗਏ, 4 ਉਦਾਸੀਆਂ ਕੀਤੀਆਂ। ਉਹ ਉਦਾਸੀਆਂ ਦਾ ਭਾਵ ਵੀ ਇਹੀ ਹੈ ਕਿ ਘਰ ਤੋਂ ਇੱਕ ਤਰ੍ਹਾਂ ਉਦਾਸ ਹੋ ਕੇ ਉਹ ਬਾਹਰ ਗਏ। ਇੱਥੇ ਉਦਾਸ ਸੈਡ ਹੋਣਾ ਨਹੀਂ, ਨਿਰਾਸ਼ ਹੋਣਾ ਨਹੀਂ, ਇੱਥੇ ਉਦਾਸ ਦਾ ਮਤਲਬ ਹੈ ਬੇਮੁਖ ਹੋਣਾ, ਕਿ ਜਿਹੜਾ ਇੱਕ ਕੰਮ ਸੀ ਉਸ ਤੋਂ ਹਟ ਕੇ ਦੂਸਰੇ ਕੰਮ ਤੇ ਲੱਗ ਗਏ ਅਸੀਂ, ਕਿ ਪਹਿਲੇ ਕੰਮ ਤੋਂ ਆਪਣਾ ਜਿਹੜਾ ਮਨ ਹੈ, ਆਪਣੇ ਵਿਚਾਰ ਜਿਹੜੇ ਨੇ
ਉਹ ਹਟਾ ਲਏ ਨੇ। ਤੇ ਜਪ ਅਨੇਕਾਂ ਜੋਗੀਆਂ ਨੇ ਕੀ ਕੀਤਾ ਕਿ ਆਪਣੇ ਮਨ ਦੇ ਵਿੱਚ ਵਿਸ਼ੇ ਵਿਕਾਰਾਂ ਨੂੰ ਹਟਾ ਕੇ ਉਹਨਾਂ ਦੇ ਪ੍ਰਤੀ ਆਪਣੇ ਮਨ ਨੂੰ ਉਦਾਸ ਕਰ ਲਿਆ। ਅਸੰਖ ਜੋਗ ਮਨ ਰਹਿ ਉਦਾਸ। ਗੁਰੂ ਸਾਹਿਬ ਜੀ ਅੱਗੇ ਦੱਸ ਰਹੇ ਨੇ, ਅਸੰਖ ਭਗਤ ਗੁਣ ਗਿਆਨ ਵਿਚਾਰ। ਬਹੁਤ ਸਾਰੇ ਭਗਤ ਨੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਿਆ ਤੇ ਨਾਲ ਉਹ ਕੀ ਕਰ ਰਹੇ ਨੇ ਕਿ ਪਰਮਾਤਮਾ ਦੇ ਗੁਣਾਂ ਦੀ, ਪਰਮਾਤਮਾ ਦੇ ਗਿਆਨ ਦੀ ਉਹ ਵਿਚਾਰ ਕਰ ਰਹੇ ਨੇ। ਇਸ ਸਾਰੀ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਬੇਅੰਤ ਲੋਕਾਂ ਦੇ ਕਰਮ ਜਿਹੜੇ ਨੇ ਉਹ ਲਿਖੇ ਨੇ ਕਿ ਕਿੰਨਾ ਤਰੀਕਿਆਂ ਦੇ ਨਾਲ ਲੋਕ ਪਰਮਾਤਮਾ ਨੂੰ ਯਾਦ ਕਰ ਰਹੇ ਨੇ। ਗੁਰੂ ਸਾਹਿਬ ਜੀ ਅਗਲੀ ਪਾਵਨ ਤੁਕ ਦੇ ਵਿੱਚ ਕਹਿ ਰਹੇ ਨੇ, ਅਸੰਖ ਸਤੀ ਅਸੰਖ ਦਾਤਾਰ, ਕਿ ਇੱਥੇ ਬਹੁਤ ਸਾਰੇ ਸਤੀ ਭਾਵ ਸੱਚੇ ਲੋਕ ਨੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਚੰਗੇ ਕੰਮਾਂ ਦੇ ਲਈ ਸਮਰਪਿਤ ਕਰਤਾ, ਤੇ ਬਹੁਤ ਸਾਰੇ ਨੇ ਜਿਹੜੇ ਦਾਨੀ ਨੇ ਜਿਨ੍ਹਾਂ ਦਾ ਕੰਮ ਹੈ ਸਿਰਫ ਦਾਨ ਦੇਣਾ, ਉਹ ਦਾਨ ਦੇ ਕੇ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਲੱਗੇ ਹੋਏ ਨੇ। ਅਸੰਖ ਸੂਰ ਮੂੰਹ ਭਖਸਾਰ, ਕਈ ਅਜਿਹੇ ਵੀ ਨੇ ਜਿਨ੍ਹਾਂ ਨੇ ਆਪਣੇ ਜੀਵਨ ਦਾ ਮਕਸਦ ਸੂਰਮਤਾ ਪੈਦਾ ਕਰਨੀ ਕਰ ਲਿਆ, ਯੁੱਧ ਲੜਨੇ ਕਰ ਲਿਆ, ਸਮਾਜ ਦੇ ਲਈ ਲੜਾਈ ਕਰਨੀ ਆਪਣਾ ਮਕਸਦ ਬਣਾ ਲਿਆ। ਤੇ ਅਜਿਹੇ ਸੂਰਮੇ ਅਨੇਕਾਂ ਨੇ ਜਿਨ੍ਹਾਂ ਨੇ ਆਪਣੇ ਮੂੰਹ ਦੇ ਉੱਤੇ ਸੱਟਾਂ ਖਾਧੀਆਂ। ਮੂੰਹ ਭਖਸਾਰ, ਮੂੰਹ ਦੇ ਉੱਤੇ ਕਈ ਤਰ੍ਹਾਂ ਦੇ ਸੱਟਾਂ ਦੇ ਨਿਸ਼ਾਨ ਜਿਹੜੇ ਨੇ ਉਹ ਲੱਗੇ ਨੇ। ਤੇ ਅਜਿਹੇ ਹੀ ਕਈ ਵਿਅਕਤੀ ਨੇ ਜਿਹੜੇ ਕੀ ਕਰ ਰਹੇ ਨੇ, ਅਸੰਖ ਮੋਨ ਲਿਵਲਾਏ ਤਾਰ, ਕਿ ਅਸੰਖ ਨੇ, ਬੇਅੰਤ ਨੇ, ਅਨੇਕਾਂ ਅਜਿਹੇ ਭਗਤ ਨੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਮੌਨ ਕਰ ਲਿਆ, ਆਪਣੇ ਮੂੰਹ ਤੋਂ ਬਿਲਕੁਲ ਵੀ ਨਹੀਂ ਬੋਲ ਰਹੇ, ਬਿਲਕੁਲ ਚੁੱਪ ਨੇ ਤੇ ਸਾਰੀ ਜ਼ਿੰਦਗੀ ਇਸ ਚੁੱਪ ਦੇ ਨਾਲ ਹੀ ਆਪਣੀ ਜ਼ਿੰਦਗੀ ਨੂੰ ਕੱਟ ਲਿਆ। ਲਿਵਤਾਰ ਭਾਵ ਲਗਾਤਾਰ ਸਮਾਧੀ ਦੇ ਵਿੱਚ, ਚੁੱਪ ਸਮਾਧੀ ਦੇ ਵਿੱਚ ਉਹ ਰਹਿ ਰਹੇ ਨੇ। ਗੁਰੂ ਸਾਹਿਬ ਜੀ ਅੱਗੇ ਤੁਕ ਦੇ ਵਿੱਚ ਕਹਿ ਰਹੇ ਨੇ, ਕੁਦਰਤ ਕਵਣ ਕਹਾਂ ਵਿਚਾਰ, ਕਿ ਹੇ ਪਰਮਾਤਮਾ ਜੀਓ, ਤੁਹਾਡੀ ਬਣਾਈ ਹੋਈ ਕੁਦਰਤ ਬੇਅੰਤ ਹੈ, ਬਹੁਤ ਵੱਡੀ ਹੈ, ਕਿ ਉਹ ਇਤਨੀ ਵੱਡੀ ਹੈ ਕਿ ਮੈਂ ਉਸ ਦੀ ਵਿਚਾਰ ਨਹੀਂ ਕਰ ਸਕਦਾ, ਕਿ ਉਹ ਕਿਤਨਾ ਅੰਤ ਕੀ ਹੈ ਉਹਦਾ, ਕਿਤਨੇ ਗੁਣ ਤੁਸੀਂ ਉਸ ਕੁਦਰਤ ਵਿੱਚ ਪੈਦਾ ਕੀਤੇ, ਉਸ ਕੁਦਰਤ ਦੇ ਵਿੱਚ ਕਿਤਨੇ ਲੋਕ ਬਣਾਏ, ਉਹ ਕਿੰਨੇ ਗੁਣਾਂ ਵਾਲੇ ਨੇ, ਕਿਸੇ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਮੈਂ ਇਤਨਾ ਵੱਡਾ ਨਹੀਂ ਹਾਂ ਕਿ ਮੈਂ ਇਸ ਗੱਲ ਦੀ ਵਿਚਾਰ ਕਰ ਸਕਾਂ। ਕੁਦਰਤ ਕਵਣ ਕਹਾਂ ਵਿਚਾਰ, ਇਸ ਗੱਲ ਦੀ ਵਿਚਾਰ ਨਹੀਂ ਕੀਤੀ ਜਾ ਸਕਦੀ। ਵਾਰਿਆ ਨਾ ਜਾਵਾਂ ਇੱਕ ਵਾਰ, ਮੇਰੀ ਇੰਨੀ ਹਸਤੀ ਨਹੀਂ ਹੈ, ਮੈਂ ਇੱਕ ਬਹੁਤ ਛੋਟਾ ਜਿਹਾ ਇਨਸਾਨ ਹਾਂ, ਬਹੁਤ ਛੋਟਾ ਜਿਹਾ ਜੀਵ ਹਾਂ, ਕਿ ਮੈਂ ਇੱਕ ਤਰੀਕੇ ਨਾਲ ਤੁਹਾਡੀ ਬਣਾਈ ਹੋਈ ਕੁਦਰਤ ਦੇ ਕਿਤੇ ਇੱਕ ਵਾਰ ਵਾਰਨੇ ਵੀ ਜਾ ਸਕਾਂ, ਸਦਕੇ ਜਾ ਸਕਾਂ, ਬਲਿਹਾਰੇ ਜਾ ਸਕਾਂ, ਮੇਰੀ ਇਤਨੀ ਵੀ ਨਹੀਂ ਪਾਇਆ ਹੈ। ਵਾਰਿਆ ਨਾ ਜਾਵਾਂ ਇੱਕ ਵਾਰ, ਤੇ ਮੈਂ ਸਿਰਫ ਇੱਕੋ ਹੀ ਗੱਲ ਕਹਿ ਸਕਦਾ, ਉਹ ਕਿਹੜੀ, ਜੋ ਤੁਧ ਭਾਵੈ ਸਾਈ ਭਲੀ ਕਾਰ, ਕਿ ਉਹੀ ਕਾਰ, ਉਹੀ ਕੰਮ, ਉਹੀ ਗੱਲ ਚੰਗੀ ਹੈ ਜਿਹੜੀ ਪ੍ਰਮਾਤਮਾ ਜੀਓ ਤੁਹਾਨੂੰ ਚੰਗੀ ਲੱਗਦੀ ਹੈ। ਜੋ ਤੁਧ ਭਾਵੇ, ਜੋ ਤੁਹਾਨੂੰ ਚੰਗਾ ਲੱਗਦਾ ਹੈ, ਸਾਈ ਭਲੀ ਕਾਰ, ਉਹੀ ਭਲਾ, ਉਹੀ ਕਾਰ, ਉਹੀ ਕੰਮ ਜਿਹੜਾ ਭਲਾ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਆਖਰੀ ਲਾਈਨ ਦੇ ਵਿੱਚ ਗੁਰੂ ਸਾਹਿਬ ਜੀ ਕਹਿ ਰਹੇ ਨੇ ਕਿ ਹੇ ਪਰਮਾਤਮਾ ਜੀਓ, ਜੁਗਾਂ ਜੁਗਾਂ ਤੱਕ ਤੁਸੀਂ ਹੀ ਹੋ ਇੱਥੇ, ਤੁਹਾਡਾ ਨਾਮ ਹੀ ਸਲਾਮਤ ਹੈ, ਤੁਸੀਂ ਹੀ ਨਿਰੰਕਾਰ ਮਾਇਆ ਦੇ ਪ੍ਰਭਾਵ ਤੋਂ ਪਰੇ ਹੋ। ਸਾਰੀ ਦੁਨੀਆ, ਸਾਰਾ ਬ੍ਰਹਿਮੰਡ, ਸਭ ਕੁਝ ਨਾਸ਼ਵਾਨ ਹੈ, ਪਰ ਪਰਮਾਤਮਾ ਜੀ ਸਿਰਫ ਤੇ ਸਿਰਫ ਤੁਹਾਡਾ ਇੱਕ ਨਾਮ ਹੈ ਜਿਹੜਾ ਹਮੇਸ਼ਾ ਸਲਾਮਤ ਰਹੇਗਾ। ਇਸ ਤੁਕ ਤੋਂ ਅਸੀਂ ਇਹੀ ਸਿੱਖਿਆ ਲੈਣੀ ਹੈ ਕਿ ਅਸੀਂ ਪਰਮਾਤਮਾ ਦੇ ਗੁਣਾਂ ਨੂੰ ਗਿਣਨ ਦੀ ਬਜਾਏ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ 'ਚ ਧਾਰਨ ਦੀ ਕੋਸ਼ਿਸ਼ ਕਰੀਏ। ਜਿਤਨਾ ਵੀ ਹੋ ਸਕੇ, 1 ਗੁਣ, 2 ਗੁਣ, 4 ਗੁਣ, ਬੇਅੰਤ ਗੁਣ ਨੇ ਉਸ ਪਰਮਾਤਮਾ ਦੇ ਜਿਹੜੇ ਇਸ ਦੁਨੀਆ ਦੇ ਵਿੱਚ ਉਸਨੇ ਪੈਦਾ ਕੀਤੇ ਨੇ, ਉਹਨਾਂ 'ਚੋਂ ਜਿਤਨੇ ਗੁਣ ਅਸੀਂ ਆਪਣੇ ਜੀਵਨ ਦੇ ਵਿੱਚ ਪਾ ਸਕੀਏ, ਆਪਣੇ ਜੀਵਨ ਨੂੰ ਸਕਾਰਥਕ ਕਰ ਸਕੀਏ, ਇਹੀ ਸਾਡਾ ਮਕਸਦ ਹੋਣਾ ਚਾਹੀਦਾ ਹੈ। ਅਸੀਂ ਬਿਲਕੁਲ 100% ਸੱਚੇ ਨਹੀਂ ਬਣ ਸਕਦੇ, ਚੰਗੇ ਨਹੀਂ ਬਣ ਸਕਦੇ, ਪਰ ਅਸੀਂ ਚੰਗੇ ਬਣਨ ਦੀ ਕੋਸ਼ਿਸ਼ ਕਰ ਸਕਦੇ ਹਾਂ ਤੇ ਉਸ ਕੋਸ਼ਿਸ਼ ਦੇ ਅਧੀਨ ਜਿਤਨੇ ਵੀ ਗੁਣ ਆਪਣੇ ਅੰਦਰ ਪੈਦਾ ਕਰ ਸਕੀਏ, ਇਹੀ ਸਾਡੇ ਲਈ ਕਾਮਯਾਬੀ ਹੈ। ਆਓ ਇਤਨੇ ਕੁ ਸ਼ਬਦਾਂ ਦੀ ਸਾਂਝ, ਭੁੱਲਾਂ ਚੁੱਕਾਂ ਦੀ ਖਿਮਾ, ਆਓ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।